ਹੁਣ ਉਸ ਤੋਂ ਨੈਕਸਟ ਹੈ ਸਾਡੇ ਕੋਲ ਬ੍ਰੈਗਸ ਲਾ। ਬ੍ਰੈਗਸ ਲਾ ਆਫ ਡਾਈਫਰੈਕਸ਼ਨ। ਬ੍ਰੈਗਸ ਲਾ ਆਫ ਡਾਈਫਰੈਕਸ਼ਨ ਵੀ ਇੰਪੋਰਟੈਂਟ ਹੈ। ਇਸ ਦੇ ਵਿੱਚ ਕੀ ਹੈ, ਹੁਣ ਵੈਸੇ ਬ੍ਰੈਗਸ ਲਾ ਕੀ ਹੁੰਦਾ, 2d ਸਾਈਨ ਥੀਟਾ ਇਜ਼ ਇਕੁਅਲਸ ਟੂ n ਲੈਮਡਾ। ਇਹ ਅਸੀਂ ਪ੍ਰੂਵ ਕਰਨਾ ਹੈ, 2d ਸਾਈਨ ਥੀਟਾ ਇਜ਼ ਇਕੁਅਲਸ ਟੂ n ਲੈਮਡਾ। ਤਾਂ ਹੁਣ ਇਸ ਦੇ ਵਿੱਚ ਕੀ ਕਰਨਾ ਹੈ, ਇਸ ਦੇ ਵਿੱਚ ਅਸੀਂ ਕ੍ਰਿਸਟਲ ਨੂੰ ਅਜ਼ਿਊਮ ਕਰ ਲਿਆ, ਠੀਕ ਹੈ। ਆਹ ਲੇਅਰਸ ਨੇ ਕ੍ਰਿਸਟਲ ਦੀਆਂ, ਤਾਂ ਆਹ ਪੁਆਇੰਟਸ ਨੇ ਜਿੱਥੇ ਕਿ ਤੁਹਾਡੇ ਐਟਮਸ ਪ੍ਰੈਜੈਂਟ ਹੋ ਸਕਦੇ ਨੇ, ਜਾਂ ਤੁਸੀਂ ਕਹਿ ਸਕਦੇ ਹੋ ਕਿ ਇਹ ਲੈਟਿਸ ਪੁਆਇੰਟਸ ਨੇ, ਠੀਕ ਹੈ। ਤਾਂ ਹੁਣ ਇਸ ਦੇ ਵਿੱਚ ਕੀ ਹੈ ਕਿ ਆਹ ਤੁਹਾਡੇ ਕੋਲ ਵੇਵ ਇੰਸੀਡੈਂਟ ਰੇ ਆ ਰਹੀ ਆ, ਇੱਥੇ ਇੰਸੀਡੈਂਟ ਕੀਤੀ, ਡਾਈਫਰੈਕਟ ਹੋ ਗਈ। ਇਸੇ ਤਰ੍ਹਾਂ ਨੀਚੇ ਵਾਲੇ ਪਾਸੇ ਨੂੰ ਆਏਗੀ, ਇੰਸੀਡੈਂਟ ਹੋਈ ਅਤੇ ਆਹ ਡਾਈਫਰੈਕਟ ਹੋ ਗਈ, ਠੀਕ ਹੈ। ਮੰਨ ਲਓ ਆਹ ਪੁਆਇੰਟ A ਹੈ, ਇਹ ਪੁਆਇੰਟ B ਹੈ। ਹੁਣ ਇਹ ਜਿਹੜਾ ਇਹਨਾਂ ਦੋਨਾਂ ਦੇ ਵਿਚਕਾਰ ਡਿਸਟੈਂਸ ਹੈ, ਦਿਸ ਇਜ਼ D, ਜਿਹੜਾ ਅਸੀਂ ਫਾਈਂਡ ਆਊਟ ਕਰਕੇ ਹਟਿਆ ਹੁਣ, D ਇੰਟਰਪਲੇਨਰ ਡਿਸਟੈਂਸ। ਦੈਟ ਮੀਨਸ ਆ ਦੋ ਪਲੇਨਸ ਨੇ, ਦੋ ਪਲੇਨਸ ਦੇ ਵਿਚਕਾਰ ਡਿਸਟੈਂਸ ਹੈ DH, ਚਾਹੇ D ਲਿਖ ਲਓ ਚਾਹੇ DHKL ਲਿਖ ਦਿਓ। ਫਿਰ ਉਸ ਤੋਂ ਬਾਅਦ ਕੀ ਹੈ, A ਅਤੇ B ਹੈ, ਦੈਟ ਮੀਨਸ ਆ AB ਡਿਸਟੈਂਸ ਕਿੰਨਾ ਹੋਊਗਾ D। ਹੁਣ ਉਸ ਤੋਂ ਬਾਅਦ ਕੀ ਕਰਨਾ, ਜਿੰਨਾ ਐਂਗਲ ਆਫ ਇੰਸੀਡੈਂਟ ਹੁੰਦਾ ਥੀਟਾ, ਉਨਾ ਹੀ ਐਂਗਲ ਆਫ ਡਾਈਫਰੈਕਸ਼ਨ ਹੈ। ਦੈਟ ਮੀਨਸ ਇੱਥੋਂ ਆ ਇੰਸੀਡੈਂਟ ਆ 1 ਰੇ, ਆਹ ਸੈਕਿੰਡ ਰੇ, 1 ਇੱਥੇ ਫਾਲ ਕੀਤੀ ਥੀਟਾ ਐਂਗਲ ਦੇ ਉੱਤੇ, ਡਾਈਫਰੈਕਟ ਹੋ ਗਈ ਤਾਂ ਇਹ ਕੀ ਬਣ ਗਈ 1 ਡੈਸ਼, ਅਤੇ ਐਂਗਲ ਵੀ ਕਿੰਨਾ ਆ ਗਿਆ, ਥੀਟਾ ਹੀ ਆ ਗਿਆ। ਇਸੇ ਤਰ੍ਹਾਂ 2 ਵਾਲੀ ਇੱਥੇ ਤੇ ਇੰਸੀਡੈਂਟ ਕੀਤੀ, ਆਹ ਇੰਸੀਡੈਂਟ ਵਾਲਾ ਐਂਗਲ ਥੀਟਾ, ਫਿਰ ਆਹ ਐਂਗਲ ਥੀਟਾ, ਤਾਂ ਆਹ 2 ਡੈਸ਼। ਤਾਂ ਇਹਦੇ ਵਿੱਚ ਗੱਲ ਯਾਦ ਰੱਖਣ ਵਾਲੀ ਕੀ ਹੈ ਕਿ ਜਿਹੜੀ ਐਂਗਲ ਆਫ ਇੰਸੀਡੈਂਟ ਹੈ ਦੈਟ ਇਜ਼ ਇਕੁਅਲਸ ਟੂ ਐਂਗਲ ਆਫ ਡਾਈਫਰੈਕਸ਼ਨ। ਜਿੰਨਾ ਐਂਗਲ ਆਫ ਇੰਸੀਡੈਂਟ ਹੈ ਉਨਾ ਹੀ ਐਂਗਲ ਆਫ ਡਾਈਫਰੈਕਸ਼ਨ ਹੈ। ਹੁਣ ਕੀ ਕਰਨਾ, ਇਹ ਪੁਆਇੰਟ ਦੇ ਉੱਤੇ ਤੁਸੀਂ ਪਰਪੈਂਡੀਕੂਲਰ ਡਰਾ ਕਰਨਾ ਇੱਥੇ, ਠੀਕ ਹੈ। ਹਾਂ AB ਹੋ ਗਿਆ, ਮੰਨ ਲਓ ਇਹ ਪੁਆਇੰਟ C ਹੈ। ਫਿਰ ਇਸੇ ਤਰ੍ਹਾਂ ਇਸੇ A ਪੁਆਇੰਟ ਤੋਂ ਇੱਧਰ ਨੂੰ ਪਰਪੈਂਡੀਕੂਲਰ ਡਰਾ ਕਰਨਾ ਹੈ, ਠੀਕ। ਆਹ ਵੀ ਪਰਪੈਂਡੀਕੂਲਰ ਹੈ, ਇਹ ਮੰਨ ਲਓ ਪੁਆਇੰਟ D ਹੈ, ਆਹ ਵੀ ਪਰਪੈਂਡੀਕੂਲਰ ਹੈ, ਠੀਕ। ਇਹ ਪੁਆਇੰਟ ਤੋਂ ਹੀ ਆਪਣੇ ਕੋਲ ਆਹ ਜਿਹੜਾ ਵੇਵ ਫਰੰਟ ਹੈ, ਵੇਵ ਫਰੰਟ ਕਿਹਨੂੰ ਕਹਿੰਦੇ ਨੇ, ਜਿੱਥੋਂ ਵੇਵਜ਼ ਸਾਰੀਆਂ ਆ ਰਹੀਆਂ ਨੇ ਉਹਨਾਂ ਦਾ ਜਿਹੜਾ ਫਰੰਟ ਕੰਸੀਡਰ ਕਰ ਲਈਏ, ਆਹ ਵੇਵ ਫਰੰਟ ਹੈ। ਇਸ ਵੇਵ ਇੰਸੀਡੈਂਟ ਵਾਲੇ ਵੇਵ ਫਰੰਟ ਦੇ ਉੱਤੇ ਇੱਕ ਪਰਪੈਂਡੀਕੂਲਰ ਡਰਾ ਕਰਨਾ ਹੈ। ਇਸੇ ਤਰ੍ਹਾਂ ਜਿਹੜਾ ਡਾਈਫਰੈਕਟਡ ਵਾਲਾ ਵੇਵ ਫਰੰਟ ਹੈ, ਡਾਈਫਰੈਕਟਡ ਵਾਲਾ ਵੇਵ ਫਰੰਟ ਆਹ ਹੋ ਗਿਆ, ਤਾਂ ਇਸ ਦੇ ਉੱਤੇ ਵੀ ਇੱਕ ਪਰਪੈਂਡੀਕੂਲਰ ਡਰਾ ਕਰਨਾ। ਹੁਣ ਤੁਸੀਂ ਦੇਖੋ ਕਿ ਜਦੋਂ ਅਸੀਂ ਆ ਰਹੇ ਹਾਂ, ਇਹ ਵੇਵ ਫਰੰਟ ਇੱਥੇ ਤੱਕ ਆਉਂਦਾ ਠੀਕ ਹੈ। ਹੁਣ ਇੱਥੇ A ਦੇ ਉੱਤੇ ਆ ਕੇ ਇੰਸੀਡੈਂਟ ਹੋ ਗਈ, ਇਹ ਰੇ A ਦੇ ਉੱਤੇ ਹੋ ਗਈ, ਬਟ ਹਲੇ B ਦੇ ਉੱਪਰ ਨਹੀਂ ਹੋਈ। B ਦੇ ਉੱਤੇ ਹੋਣ ਦੇ ਲਈ ਇਹਨੂੰ ਐਕਸਟਰਾ ਡਿਸਟੈਂਸ ਆਹ BC ਕਵਰ ਕਰਨਾ ਪਿਆ, ਠੀਕ। ਦੈਟ ਮੀਨਸ ਜਿਹੜਾ ਪਾਥ ਡਿਫਰੈਂਸ ਕਿੰਨਾ ਹੋਊਗਾ BC ਦਾ। ਇਸੇ ਤਰ੍ਹਾਂ ਹੁਣ ਜਦੋਂ ਇਹ ਡਾਈਫਰੈਕਟ ਹੋ ਗਈ, ਹੁਣ ਡਾਈਫਰੈਕਟ ਲਈ ਆਹ ਵਾਲਾ ਵੇਵ ਫਰੰਟ ਹੈ, ਇੱਥੇ ਤੱਕ ਆ ਰਿਹਾ, ਠੀਕ ਹੈ, A ਤੱਕ ਆਇਆ, A ਦੇ ਉੱਤੇ ਤਾਂ ਇੰਸੀਡੈਂਟ ਹੋ ਗਈ, ਬਟ B ਦੇ ਉੱਤੇ ਹਲੇ ਪਹੁੰਚੀ ਨਹੀਂ। B ਦੇ ਉੱਤੇ ਪਹੁੰਚਣ ਦੇ ਲਈ ਇਹਨੂੰ ਐਕਸਟਰਾ ਡਿਸਟੈਂਸ BD ਕਵਰ ਕਰਨਾ ਪਏਗਾ, ਠੀਕ। ਇਸ ਲਈ ਆਪਣੇ ਕੋਲ ਕੀ ਕਹਾਂਗੇ ਇੱਥੇ, path difference between the incident and diffracted rays is equals to कितना path difference extra हो गया, path difference कितना हो गया, आ इधर BC कितना एक्स्ट्रा कवर किया BC प्लस BD, BC प्लस BD, दिस इज़ द पाथ डिफरेंस जोड़ा कि एक्स्ट्रा कवर किया। आ इंसीडेंट आ रही सी, इंसीडेंट इत्थे तक आ रही है, ठीक है, सेम डिस्टेंस कवर किया, बट B तक पहुँचने लिए इसनूं आह BC डिस्टेंस एक्स्ट्रा कवर करना पਊ। इसी तरह अपने को डाइफरैक्टेड वाला इत्थे तक आ रहा है, ठीक है, सेम है, बट इत्थे तक पहुँचने लिए फिर एक्स्ट्रा, दैट मीनस BC प्लस BD तुहाडे कोल एक्स्ट्रा डिस्टेंस है। हुण की करना सी अज्यूम, आ एंगल हैगा थीटा, दिस इज एंगल इज थीटा, आ टोटल कितना 90, जे ए थीटा है तो आ कितना बच गया 90 माइनस थीटा, ठीक, 90 माइनस थीटा। इस तरह जो मैं इधर वाले पासे अज्यूम कर ला आ थीटा है तो आ कितना बच गया 90 माइनस थीटा। हुण ट्राइंगल के तीनों अपने एंगल्स का सम हुंदा 180। जे मैं एंगल आ ला लवां अपने कोल किहड़ी है, एक ए है, ए सी ते बी, ठीक है। आ इत्थे तुहाडे कोल थीटा है, आ थीटा है, आ 90 माइनस थीटा तो आ कितना बच गया 90, क्योंकि ट्राइंगल के तीनों ही एंगल A प्लस एंगल B प्लस एंगल C दैट इज़ इक्वल्स टू 180। इसका मतलब की है कि आ तो 90 सी A एंगल अपना आह C एंगल ये 90 है, तो अपने को आ एंगल कितना 90 माइनस थीटा प्लस 90 माइनस थीटा प्लस आ एंगल असीं फाइंड आउट करना A इज़ इक्वल्स टू 180। 90 प्लस 90 180, 180 ने 180 कैंसल हो गया। इसका मतलब एंगल A इज़ इक्वल्स टू थीटा। दैट मीनस जो आ एंगल बच गया ये भी साढ़े को थीटा बच गया। इस तरह इधर वाले ट्राइंगल दे विच भी ये एंगल थीटा बच गया। हुण असीं ट्राइंगल लैनी है इन राइट एंगल दे ट्राइंगल किहड़ी ए सी बी,
ACB, ठीक। A तो C ਵੱਲ ਨੂੰ ਪਰਪੈਂਡੀਕੂਲਰ ਹੈ, ਠੀਕ। ਆਏ ਚਾਹੇ ਐਵੇਂ ਡਰਾ ਕਰ ਲਓ ਤੁਸੀਂ, ਜਿਵੇਂ ਮਰਜ਼ੀ ਕਰ ਲਓ। A ਤੋਂ ਲੈ ਕੇ C ਤੱਕ ਆਹ ਪਰਪੈਂਡੀਕੂਲਰ ਹੈ, ਠੀਕ। ਉਸ ਤੋਂ ਬਾਅਦ AB ਹੈ, ਆਹ AB ਹੈ, ਆਹ C ਹੈ। AB ਦਾ ਡਿਸਟੈਂਸ ਕਿੰਨਾ ਹੈ? D, ਦੈਟ ਮੀਨਸ ਆਹ ਤਾਂ ਹੈਗਾ ਤੁਹਾਡੇ ਕੋਲ D। ਉਸ ਤੋਂ ਬਾਅਦ AD ਹੋ ਗਿਆ ਅਤੇ BC। ਹੁਣ ਅਸੀਂ ਫਾਈਂਡ ਕੀ ਕਰਨਾ? BC। ਤਾਂ ਅਸੀਂ ਕਿਹੜੇ ਕਿਹੜੇ ਪਾਰਟ ਕੰਸੀਡਰ ਕਰਾਂਗੇ? D ਸਾਨੂੰ ਪਤਾ ਹੀ ਹੈ, ਇਹਨੂੰ ਕੰਸੀਡਰ ਕਰ ਲਾਂਗੇ, ਇਹ ਸਾਈਡ ਨੂੰ ਕੰਸੀਡਰ ਕਰ ਲਾਂਗੇ। BC ਅਸੀਂ ਫਾਈਂਡ ਆਊਟ ਕਰਨੀ ਹੈ, ਦੈਟ ਮੀਨਸ ਆ BC ਵਾਲੀ ਸਾਈਡ ਨੂੰ ਕੰਸੀਡਰ ਕਰਾਂਗੇ। ਅਤੇ ਸਾਡੇ ਕੋਲ ਐਂਗਲ A ਕਿੰਨਾ ਹੈ? ਥੀਟਾ। ਆਹ ਐਂਗਲ ਥੀਟਾ। ਤਾਂ ਇੱਥੇ ਤੁਸੀਂ ਸਾਈਨ ਥੀਟਾ ਦੀ ਵੈਲਿਊ ਫਾਈਂਡ ਆਊਟ ਕਰ ਲੈਣੀ ਆ। ਸਾਈਨ ਥੀਟਾ ਕੀ ਹੁੰਦਾ? ਪਰਪੈਂਡੀਕੂਲਰ ਓਵਰ ਬੇਸ। ਪਰਪੈਂਡੀਕੂਲਰ ਕਿਹੜਾ? ਹੁਣ ਜੇ ਆਹ ਥੀਟਾ ਹੈ ਤਾਂ ਥੀਟਾ ਦੇ ਸਾਹਮਣੇ ਵਾਲਾ ਕਿਹੜਾ ਹੋਊਗਾ? ਪਰਪੈਂਡੀਕੂਲਰ। ਅਤੇ ਜੇ ਆਹ 90 ਜਾਂ 90 ਦੇ ਸਾਹਮਣੇ ਵਾਲਾ ਕੀ ਹੋਊਗਾ? ਹਾਈਪੋਟੀਨਿਊਜ਼। ਪਰਪੈਂਡੀਕੂਲਰ ਓਵਰ ਹਾਈਪੋਟੀਨਿਊਜ਼, ਦੈਟ ਮੀਨਸ BC ਅਪੋਨ ਹਾਈਪੋਟੀਨਿਊਜ਼ ਕਿੰਨਾ? AB। BC ਅਪੋਨ AB ਦੀ ਵੈਲਿਊ ਕਿੰਨੀ ਹੈ? D। ਇੱਥੋਂ BC ਦੀ ਵੈਲਿਊ ਕਿੰਨੀ ਨਿਕਲ ਗਈ? BC ਆ ਗਿਆ D ਸਾਈਨ ਥੀਟਾ। ਇਸੇ ਤਰ੍ਹਾਂ A ਵਾਲੀ ਟਰਾਇੰਗਲ ਲੈ ਲਓ, ABD, ਠੀਕ। ਇਨ ਟਰਾਇੰਗਲ ABD, ABD ਦੇ ਵਿੱਚ ਕੀ ਹੈ? A ਤੋਂ D ਵੱਲ ਨੂੰ ਪਰਪੈਂਡੀਕੂਲਰ ਹੈ, ਆਹ ਸੀ A ਤੋਂ D ਵੱਲ ਨੂੰ। ਆਹ ਹੋ ਗਿਆ ਤੁਹਾਡਾ B, ਆਹ ਹੋ ਗਿਆ D। AB ਦੀ ਵੈਲਿਊ ਕਿੰਨੀ ਹੈ? D, ਤਾਂ ਆਹ ਹੋ ਗਿਆ D, ਠੀਕ। ਫਾਈਂਡ ਕੀ ਕਰਨਾ ਅਸੀਂ? BD। ਤਾਂ ਦੂਜੀ ਸਾਈਡ ਕਿਹੜੀ ਕੰਸੀਡਰ ਕਰਾਂਗੇ? BD ਵਾਲੀ। ਆਹ ਐਂਗਲ ਕਿੰਨਾ ਹੋ ਜਾਊਗਾ ਤੁਹਾਡਾ? ਥੀਟਾ ਹੀ ਹੈ, ਅਸੀਂ ਫਾਈਂਡ ਆਊਟ ਕਰ ਲਿਆ ਥੀਟਾ। ਇਹਦਾ ਮਤਲਬ ਇੱਥੇ ਵੀ ਕੀ ਆਊਗਾ? ਸਾਈਨ ਥੀਟਾ ਦੀ ਵੈਲਿਊ ਕਿੰਨੀ ਆਏਗੀ? BD ਅਪੋਨ AB, ਠੀਕ ਹੈ। AB ਦੀ ਵੈਲਿਊ ਕਿੰਨੀ ਹੈ? BD ਅਪੋਨ AB ਦੀ ਵੈਲਿਊ D ਹੈ। ਇਟ ਮੀਨਸ BD ਇਜ਼ ਇਕੁਅਲਸ ਟੂ D ਸਾਈਨ ਥੀਟਾ। ਹੁਣ BC ਦੀ ਵੈਲਿਊ ਵੀ D ਸਾਈਨ ਥੀਟਾ ਆ ਗਈ, BD ਦੀ ਵੈਲਿਊ ਵੀ D ਸਾਈਨ ਥੀਟਾ ਆ ਗਈ। ਤਾਂ ਇੱਥੇ ਅਸੀਂ ਫਿਲ ਕਰ ਦਾਂਗੇ ਪਾਥ ਡਿਫਰੈਂਸ ਵਾਲੇ ਵਿੱਚ। ਇਟ ਮੀਨਸ ਪਾਥ ਡਿਫਰੈਂਸ ਬਿਟਵੀਨ ਦਾ ਇੰਸੀਡੈਂਟ ਐਂਡ ਡਾਇਫਰੈਕਟਿਡ ਬੀਮ ਇਜ਼ ਇਕੁਅਲਸ ਟੂ ਕਿੰਨਾ ਕਿੰਨਾ ਸੀ? BC ਪਲੱਸ BD। ਉਸਦੀ ਵੈਲਿਊ ਵੀ D ਸਾਈਨ ਥੀਟਾ ਹੀ ਹੈ ਅਤੇ ਉਹਦੀ ਵੈਲਿਊ ਵੀ D ਸਾਈਨ ਥੀਟਾ ਹੀ ਹੈ। ਇਹ ਆ ਗਿਆ ਆਪਣੇ ਕੋਲ 2D ਸਾਈਨ ਥੀਟਾ, ਠੀਕ ਹੈ। ਹੁਣ ਇੱਕ ਓਪਟਿਕਸ ਦੇ ਵਿੱਚ ਰੂਲ ਹੁੰਦਾ ਕੀ ਹੈ ਕਿ ਕੰਸਟਰਕਟਿਵ ਇੰਟਰਫੇਰੈਂਸ ਦੇ ਲਈ, ਫॉर ਕੰਸਟਰਕਟਿਵ ਇੰਟਰਫੇਰੈਂਸ ਜਿਹੜਾ ਪਾਥ ਡਿਫਰੈਂਸ ਹੈ that should be equals to n lambda। ਇਹਦਾ ਮਤਲਬ ਹੈ ਪਾਥ ਡਿਫਰੈਂਸ ਇੱਥੇ ਕਿੰਨਾ? 2D ਸਾਈਨ ਥੀਟਾ। 2D ਸਾਈਨ ਥੀਟਾ ਇਜ਼ should be equals to n lambda। n is known as the order of reflection। ਇਹਦੀ ਵੈਲਿਊ ਤੁਹਾਨੂੰ ਨਿਊਮੈਰੀਕਲ ਦੇ ਵਿੱਚ ਦਿੱਤੀ ਹੁੰਦੀ ਹੈ ਕਿ ਫਸਟ ਆਰਡਰ ਰਿਫਲੈਕਸ਼ਨ ਹੈ ਜਾਂ ਸੈਕਿੰਡ ਆਰਡਰ ਰਿਫਲੈਕਸ਼ਨ ਹੈ। ਅਤੇ ਇਹੀ ਅਸੀਂ ਡਰਾਈਵ ਕਰਨਾ ਸੀ 2D ਸਾਈਨ ਥੀਟਾ ਇਜ਼ ਇਕੁਅਲਸ ਟੂ n lambda, ਠੀਕ। ਤਾਂ ਹੁਣ ਅੱਗੇ ਇੱਕ ਇਹਨਾਂ ਨੂੰ ਦੋਨਾਂ ਨੂੰ ਕੰਬਾਈਨ ਕਰਕੇ ਇੱਕ ਆ ਗਿਆ ਸਾਡੇ ਕੋਲ 2D ਸਾਈਨ ਥੀਟਾ ਇਜ਼ ਇਕੁਅਲਸ ਟੂ n lambda। ਇੱਕ ਅਸੀਂ ਕੱਢੀਏ D ਦੀ ਵੈਲਿਊ ਪਿੱਛੇ, ਇੰਟਰਪਲੇਨਰ ਡਿਸਟੈਂਸ DHKL ਕਿੰਨਾ ਕੱਢਿਆ? 1 ਅਪੋਨ H ਸਕੇਅਰ ਅਪੋਨ A ਸਕੇਅਰ K ਸਕੇਅਰ ਅਪੋਨ B ਸਕੇਅਰ ਪਲੱਸ L ਸਕੇਅਰ ਅਪੋਨ C ਸਕੇਅਰ, ਠੀਕ ਹੈ। ਤਾਂ ਇੱਥੋਂ ਇਹਨੂੰ ਪਹਿਲਾਂ ਥੋੜ੍ਹਾ ਜਿਹਾ ਮੋਡੀਫਾਈ ਕਰ ਲਈਏ ਆਪਾਂ। ਇੱਥੋਂ ਤੁਸੀਂ ਸਾਈਨ ਥੀਟਾ ਦੀ ਵੈਲਿਊ ਫਾਈਂਡ ਆਊਟ ਕਰ ਲਓ। ਇੱਥੋਂ ਸਾਈਨ ਥੀਟਾ ਦੀ ਵੈਲਿਊ ਆ ਗਈ n lambda ਅਪੋਨ 2D। ਸਕੇਅਰ ਕਰ ਦਿਓ, ਸਾਈਨ ਸਕੇਅਰ ਥੀਟਾ ਕਿੰਨਾ ਆ ਗਿਆ? n ਸਕੇਅਰ ਲੈਮਡਾ ਸਕੇਅਰ ਅਪੋਨ 4D ਦਾ ਸਕੇਅਰ, n ਸਕੇਅਰ ਲੈਮਡਾ ਸਕੇਅਰ ਅਪੋਨ 4 1 ਅਪੋਨ D ਸਕੇਅਰ। 1 ਅਪੋਨ D ਸਕੇਅਰ ਦੀ ਆ D ਦੀ ਹੈ, ਜੇ 1 ਅਪੋਨ ਕਰੋਗੇ ਤਾਂ ਆਹ ਉੱਪਰ ਆ ਜਾਏਗਾ। ਤਾਂ ਇਹਦੀ ਕਿੰਨੀ ਆ ਗਈ? H ਸਕੇਅਰ ਅਪੋਨ A ਸਕੇਅਰ K ਸਕੇਅਰ ਅਪੋਨ B ਸਕੇਅਰ ਪਲੱਸ L ਸਕੇਅਰ ਅਪੋਨ C ਸਕੇਅਰ। ਇੱਥੋਂ ਮੈਂ ਦੁਬਾਰਾ ਕਰ ਦਿੰਦੀ ਹਾਂ। ਜੇ D ਹੈ ਤਾਂ 1 ਅਪੋਨ D ਦੀ ਵੈਲਿਊ ਕਿੰਨੀ ਆਊਗੀ? 1 ਅਪੋਨ D ਵਿਲ ਬੀ ਅੰਡਰ ਰੂਟ H ਸਕੇਅਰ ਅਪੋਨ A ਸਕੇਅਰ K ਸਕੇਅਰ ਅਪੋਨ B ਸਕੇਅਰ ਪਲੱਸ L ਸਕੇਅਰ ਅਪੋਨ C ਸਕੇਅਰ। ਜੇ 1 ਅਪੋਨ D ਸਕੇਅਰ ਕਰੂੰਗੀ ਤਾਂ ਅੰਡਰ ਰੂਟ ਹਟ ਜੂਗਾ, ਤਾਂ ਕਿੰਨਾ ਬਚ ਜੂਗਾ? H ਸਕੇਅਰ A ਸਕੇਅਰ K ਸਕੇਅਰ B ਸਕੇਅਰ L ਸਕੇਅਰ ਅਪੋਨ C ਸਕੇਅਰ, ਠੀਕ ਹੈ। ਇੱਥੇ ਮੈਂ ਵੈਲਿਊ ਫਿਲ ਕਰ ਦਿੱਤੀ ਹੈ n ਸਕੇਅਰ ਲੈਮਡਾ ਅਪੋਨ H ਸਕੇਅਰ A ਸਕੇਅਰ। ਦੈਟ ਮੀਨਸ ਸਾਡੇ ਕੋਲ ਇੱਕ ਰਿਲੇਸ਼ਨ ਕੀ ਆ ਗਿਆ? ਸਾਈਨ ਸਕੇਅਰ ਥੀਟਾ ਇਜ਼ ਇਕੁਅਲਸ ਟੂ n ਸਕੇਅਰ ਲੈਮਡਾ ਸਕੇਅਰ ਬਾਈ 4 H K ਅਤੇ L ਸਕੇਅਰ ਬਾਏ C ਸਕੇਅਰ। ਤਾਂ ਹੁਣ ਤੁਹਾਨੂੰ ਨਿਊਮੈਰੀਕਲ ਆ ਜਾਂਦੇ ਹੁੰਦੇ ਨੇ। ਇੱਕ ਤਾਂ ਨਿਊਮੈਰੀਕਲ ਸਿੱਧਾ ਇਸੇ ਫਾਰਮੂਲੇ ਦੇ ਉੱਤੇ ਆ ਜਾਵੇ 2D ਸਾਈਨ ਥੀਟਾ ਇਜ਼ ਇਕੁਅਲਸ ਟੂ n lambda, ਠੀਕ ਹੈ। ਆਰਡਰ ਦਿੱਤਾ ਹੋਊਗਾ
ਆਰਡਰ ਆਫ ਰਿਫਲੈਕਸ਼ਨ ਕੀ ਹੈ ਵੀ ਫਸਟ ਆਰਡਰ ਰਿਫਲੈਕਸ਼ਨ ਹੈ, ਸੈਕੰਡ ਆਰਡਰ ਰਿਫਲੈਕਸ਼ਨ ਹੈ, ਥਰਡ ਆਰਡਰ ਹੈ। ਲੈਮਡਾ ਦੀ ਵੈਲਿਊ ਹੋ ਸਕਦਾ ਦਿੱਤੀ ਹੋਈ ਹੋਵੇ, ਡੀ ਦਿੱਤਾ ਹੋਵੇ ਤੇ ਤੁਹਾਨੂੰ ਸਾਈਨ ਥੀਟਾ ਪਤਾ ਕਰਨਾ ਹੋਵੇ ਵੀ ਐਂਗਲ ਕਿੰਨਾ, ਬ੍ਰੈਗਸ ਐਂਗਲ ਕਿੰਨਾ ਫਾਈਂਡ ਆਊਟ ਕਰੋ, ਠੀਕ। ਜਾਂ ਫਿਰ ਹੋ ਕੀ ਹੋ ਸਕਦਾ ਹੈ, ਡੀ ਵੀ ਦਿੱਤਾ ਹੋਵੇ, ਥੀਟਾ ਵੀ ਦਿੱਤਾ ਹੋਵੇ, ਤੁਹਾਨੂੰ ਲੈਮਡਾ ਫਾਈਂਡ ਆਊਟ ਕਰਨੀ ਹੋਵੇ, ਠੀਕ। ਦੈਟ ਮੀਨਸ ਦੋ ਚੀਜ਼ਾਂ ਦਿੱਤੀਆਂ ਹੋਣਗੀਆਂ, ਤੀਸਰੀ ਤੁਸੀਂ ਫਾਈਂਡ ਆਊਟ ਕਰਨੀ ਹੋਏਗੀ। ਜਾਂ ਫਿਰ ਹੋਰ ਕੀ ਹੋ ਸਕਦਾ ਕਿ ਤੁਹਾਨੂੰ ਪਲੇਨ ਦਿੱਤਾ ਹੋਵੇ, ਜਿਵੇਂ ਆਪਾਂ ਨੂੰ ਕਹਿ ਦਿੰਦੇ ਇਹ ਵੀ 1 1 1 ਪਲੇਨ ਹੈ, ਠੀਕ ਹੈ। 1 1 1 ਪਲੇਨ ਹੈ ਅਤੇ ਉਹ ਰਿਫਲੈਕਸ਼ਨ ਦੇ ਰਿਹਾ ਹੈ ਅਤੇ ਤੁਸੀਂ ਕੋਈ ਹੋਰ ਵੈਲਿਊ ਫਾਈਂਡ ਆਊਟ ਕਰਨੀ ਹੈ। ਤਾਂ 1 1 1 ਪਲੇਨ ਹੈ ਅਤੇ ਇੱਕ ਤੁਹਾਨੂੰ ਦਿੱਤੀ ਹੋਊਗੀ ABC ਦੀ ਵੈਲਿਊ, A ਦੀ, B ਦੀ ਅਤੇ C ਦੀ ਵੈਲਿਊ ਹੈ ਤੁਹਾਨੂੰ ਗਿਵਨ ਹੋਏਗੀ। ਤਾਂ ਤੁਸੀਂ ਪਹਿਲਾਂ ਕੀ ਕਰਨਾ, ਆਹ 1 1 1 ਪਲੇਨ ਦਾ ਮਤਲਬ ਕੀ ਹੈ ਕਿ ਇਹ HKL ਦੀ ਵੈਲਿਊ ਹੈ। HKL ਦੀ ਵੈਲਿਊ ਦਿੱਤੀ ਹੋਏਗੀ, ABC ਦੀ ਵੈਲਿਊ ਵੀ ਦਿੱਤੀ ਹੋਏਗੀ, ਤਾਂ ਤੁਸੀਂ ਉੱਥੋਂ D ਵੈਲਿਊ ਫਾਈਂਡ ਆਊਟ ਕਰ ਲੈਣੀ ਹੈ। D ਕਿਵੇਂ ਸੀਗਾ, ਹਾਂ 1/h² upon a², k² upon b² ਅਤੇ l² upon c²। ਤਾਂ HKL ਦੀ ਵੈਲਿਊ ਦਿੱਤੀ ਹੋਊਗੀ, ਜਿਹੜਾ ਤੁਹਾਨੂੰ ਪਲੇਨ ਦਿੱਤਾ ਹੋਊਗਾ, ਕੋਈ ਵੀ ਪਲੇਨ ਹੋ ਸਕਦਾ, 1 1 1 ਹੋ ਗਿਆ, 1 0 0 ਹੋ ਗਿਆ, ਮਤਲਬ ਕੋਈ ਵੀ 1 1 1 1 0 0 0 0 1 1 2 1 1 3 3 1 2 ਕੁਛ ਵੀ ਹੋ ਸਕਦਾ। ਦੈਟ ਮੀਨਸ ਜਿਹੜੇ ਇਹ ਵੈਲਿਊਜ਼ ਨੇ ਤੁਹਾਨੂੰ HKL ਦੀਆਂ ਵੈਲਿਊ ਦਿੱਤੀਆਂ ਹੋਈਆਂ ਨੇ, ABC ਦੀ ਵੈਲਿਊ ਤੁਹਾਨੂੰ ਓਰੀਜਨਲ ਦਿੱਤੀ ਹੋਣੀ ਹੈ ਕਿ ਤੁਹਾਡੇ ਕੋਲ ਲੈਟਿਸ ਪੈਰਾਮੀਟਰਸ ਨੇ ਜਿਹੜੇ ਉਹ ਕਿੰਨੇ ਨੇ, ਤਾਂ ਉੱਥੋਂ ਕੱਢ ਕੇ ਤੁਸੀਂ D ਦੀ ਵੈਲਿਊ ਕੱਢ ਲਓਗੇ। D ਦੀ ਵੈਲਿਊ ਕੱਢਣ ਤੋਂ ਬਾਅਦ ਫਿਰ ਇਸ ਫਾਰਮੂਲੇ ਦੇ ਵਿੱਚ ਫਿਲ ਕਰ ਦੋਗੇ, ਤਾਂ ਸਿੱਧਾ ਤੁਹਾਨੂੰ ਇਹ ਥੀਟਾ ਦੀ ਵੈਲਿਊ ਪੁੱਛ ਲੈਣਗੇ ਜਾਂ ਲੈਮਡਾ ਦੀ ਵੈਲਿਊ ਪੁੱਛ ਲੈਣਗੇ। ਮਤਲਬ ਕਹਿਣ ਦਾ ਮਤਲਬ ਕੀ ਹੈ ਕਿ ਕਈ ਵਾਰ ਸਿੱਧਾ ਇੰਟਰਪਲੇਨਰ ਡਿਸਟੈਂਸ ਨਹੀਂ ਦਿੱਤਾ ਹੁੰਦਾ ਵੀ ਕਿੰਨਾ, ਉਸ ਦੇ ਵਿੱਚ ਦਿੱਤਾ ਹੁੰਦਾ ਕਿ ਤੁਹਾਨੂੰ ਪਲੇਨ ਦਿੱਤਾ ਹੋਇਆ ਅਤੇ ਉਹਨੂੰ ਦੀ ਕ੍ਰਿਸਟੈਲੋਗ੍ਰਾਫਿਕ ਐਕਸਿਸ ਦਿੱਤੀਆਂ ਹੋਈਆਂ ਨੇ, ਤਾਂ ਤੁਸੀਂ ਉਸ ਤੋਂ ਪਹਿਲਾਂ D ਫਾਈਂਡ ਆਊਟ ਕਰੋਗੇ। D ਫਾਈਂਡ ਆਊਟ ਕਰਨ ਤੋਂ ਬਾਅਦ ਇਸ ਫਾਰਮੂਲੇ ਦੇ ਵਿੱਚ ਫਿਲ ਕਰੋਗੇ, ਠੀਕ। ਇਹ ਹੋ ਗਿਆ ਤੁਹਾਡਾ ਬ੍ਰੈਗਸ ਲਾ। ਅਤੇ ਇੱਕ ਇਹਦੇ ਵਿੱਚ ਇੱਕ ਹੋਰ ਕੰਡੀਸ਼ਨ ਸੀ ਆਪਣੇ ਕੋਲ ਆਇਆ ਵੀ 2D sin θ = n ਲੈਮਡਾ, ਠੀਕ ਹੈ। ਇਹਦਾ ਮਤਲਬ ਸਾਈਨ ਥੀਟਾ ਦੀ ਵੈਲਿਊ ਕਿੰਨੀ ਆ ਗਈ, n ਲੈਮਡਾ ਅਪੋਨ 2D। ਹੁਣ ਸਾਨੂੰ ਪਤਾ ਵੀ ਸਾਈਨ ਥੀਟਾ ਜਿਹੜਾ ਕਿਹਦੇ ਵਿਚਕਾਰ ਲਾਈ ਕਰਦਾ, -1 ਅਤੇ 1 ਦੇ ਵਿਚਕਾਰ। ਦੈਟ ਮੀਨਸ ਜਿਹੜੀ ਸਾਈਨ ਥੀਟਾ ਦੀ ਮੈਕਸੀਮਮ ਵੈਲਿਊ ਹੈ ਉਹ ਸਾਡੇ ਕੋਲ ਕਿੰਨੀ ਹੈ, 1 ਹੈ, ਠੀਕ ਹੈ। ਇਸ ਦਾ ਮਤਲਬ ਕੀ ਹੈ ਕਿ n ਲੈਮਡਾ ਅਪੋਨ, ਜਾਂ ਫਿਰ ਕਹਿ ਲਓ ਕਿ ਸਾਈਨ ਥੀਟਾ ਇਜ਼ ਆਲਵੇਜ਼ ਲੈਸ ਦੈਨ 1, ਠੀਕ ਹੈ। ਔਰ ਵੀ ਜੇ ਮੈਕਸੀਮਮ ਵੈਲਿਊ 1 ਹੈ ਤਾਂ ਹਮੇਸ਼ਾ ਇਹ ਇਕੁਅਲ ਟੂ 1 ਔਰ ਲੈਸ ਦੈਨ 1 ਹੀ ਹੋਏਗਾ। ਇਹਦਾ ਮਤਲਬ ਆ ਵੀ ਤੁਹਾਡੇ ਕੋਲ n ਲੈਮਡਾ ਅਪੋਨ 2D ਵੀ ਲੈਸ ਦੈਨ ਇਕੁਅਲਸ ਟੂ 1 ਹੋਏਗੀ, ਜਾਂ ਕਹਿ ਲਓ ਕਿ n ਲੈਮਡਾ ਇਜ਼ ਲੈਸ ਦੈਨ ਇਕੁਅਲਸ ਟੂ 2D। ਤਾਂ ਇਹ ਕੰਡੀਸ਼ਨ ਹੁੰਦੀ ਹੈ ਬ੍ਰੈਗਸ ਲਾ ਨੂੰ ਸੈਟਿਸਫਾਈ ਕਰਨ ਦੇ ਲਈ। ਇੱਕ ਚੀਜ਼ ਹੋਰ ਹੈ ਇਸ ਦੇ ਵਿੱਚ, ਮੈਂ ਆਪਾਂ ਕਿਹਾ ਕਈ ਵਾਰ ਤੁਹਾਨੂੰ ਪੁੱਛ ਲੈਂਦੇ ਨੇ ਵੀ ਅਸੀਂ ਆਹੀ ਕੀਤਾ, ਆਹ 2 ਲੇਅਰਸ ਲਈਆਂ ਸੀ, ਠੀਕ। ਇੱਥੇ ਆਈ ਆਹ ਰਿਫਲੈਕਟ ਹੋ ਗਈ, ਇੱਥੇ ਆਈ ਆਹ ਤੁਹਾਡੀ ਡਾਈਫਰੈਕਟ ਹੋ ਗਈ, 1 2 1 ਡੈਸ਼ 2 ਡੈਸ਼, ਠੀਕ। ਆਹ ਐਂਗਲ ਥੀਟਾ ਨੇ, ਥੀਟਾ ਅਤੇ ਆਹ ਐਂਗਲ ਥੀਟਾ। ਜੇ ਮੰਨ ਲਓ ਇਹ ਰਿਫਲੈਕਟ ਨਾ ਹੁੰਦੀ, ਤਾਂ ਇਹ ਇੱਧਰ ਨੂੰ ਨਾ ਜਾਂਦੀ, ਜਿਹੜੀ ਇੰਸੀਡੈਂਟ ਵਾਲੀ ਬੀਮ ਸੀ ਉਹ ਸਿੱਧੀ ਇਹਦੇ ਵਿੱਚੋਂ ਪਾਸ ਹੋ ਜਾਂਦੀ। ਦੈਟ ਮੀਨਸ ਜਿਹੜੀ ਤੁਹਾਡੀ ਆਹ ਵੇਵ ਸੀ ਉਹਨੇ ਐਂ ਲੰਘਣਾ ਸੀ, ਜਿਹੜੀ ਆਹ ਵੇਵ ਸੀ ਉਹਨੇ ਇਹ ਲੰਘਣਾ ਸੀ, ਠੀਕ ਹੈ। ਤਾਂ ਆਹ ਜਿਹੜਾ ਬੇਟੇ ਇਹ ਤੁਹਾਡਾ ਇਹ ਇੰਸੀਡੈਂਟ ਹੈ, ਇੰਸੀਡੈਂਟ ਵੇਵ ਫਰੰਟ। ਆਹ ਹੈਗਾ ਤੁਹਾਡੇ ਕੋਲ ਡਾਈਫਰੈਕਟਡ ਵਾਲਾ ਵੇਵ ਫਰੰਟ, ਡਾਈਫਰੈਕਟਡ ਵੇਵ ਫਰੰਟ। ਅਤੇ ਜਿਹੜਾ ਇਹ ਵਾਲਾ ਹੈ ਦਿਸ ਇਜ਼ ਟਰਾਂਸਮਿਟਡ ਵੇਵ ਫਰੰਟ, ਠੀਕ ਹੈ। ਅਤੇ ਜਿਹੜਾ ਐਂਗਲ ਆਪਣੇ ਕੋਲ ਕਹੀਏ ਵੀ ਡਾਈਫਰੈਕਸ਼ਨ ਬੀਮ ਅਤੇ ਟਰਾਂਸਮਿਟਡ ਬੀਮ ਦੇ ਵਿਚਕਾਰ ਜੋ ਐਂਗਲ ਹੁੰਦਾ ਦਿਸ ਇਜ਼ 2θb। ਜੇ ਆਪਾਂ ਸਿੰਪਲ ਇੱਕੋ ਲੇਅਰ ਲੈ ਲਈਏ ਵੀ ਆਹ ਇੱਥੇ ਚਲਿਆ ਗਿਆ, ਠੀਕ ਹੈ। ਆਹ ਇੰਸੀਡੈਂਟ ਸੀ, ਆਹ ਤੁਹਾਡੇ ਕੋਲ ਡਾਈਫਰੈਕਟਡ ਸੀ। ਜੇ ਇਹ ਇੰਸੀਡੈਂਟ ਡਾਈਫਰੈਕਟ ਨਾ ਹੁੰਦੀ ਤਾਂ ਇਹ ਸਿੱਧੀ ਪਾਸ ਹੋ ਜਾਂਦੀ, ਤਾਂ ਇਹ ਟਰਾਂਸਮਿਟਡ ਬਣ ਜਾਂਦੀ। ਜੇ ਟਰਾਂਸਮਿਟਡ ਬਣ ਤਾਂ ਜਿਹੜਾ ਐਂਗਲ ਹੈ ਡਾਈਫਰੈਕਟਡ ਬੀਮ ਦੇ ਵਿਚਕਾਰ ਅਤੇ ਤੁਹਾਡੇ ਟਰਾਂਸਮਿਟਡ ਬੀਮ ਦੇ ਵਿਚਕਾਰ ਦਿਸ ਇਜ਼ 2θ। ਇਹ ਯਾਦ ਰੱਖਣਾ ਕਿ 2θ ਹੁੰਦਾ ਐਂਗਲ। ਕਈ ਵਾਰ ਸਿੰਪਲ ਆਪਾਂ ਥੀਟਾ ਯੂਜ਼ ਕਰ ਲੈਂਦੇ ਹਾਂ, ਕਈ ਵਾਰ ਥੀਟਾ ਦੇ ਪੈਰ ਦੇ ਵਿੱਚ B ਪਾ ਦਿੰਦੇ ਹਾਂ। B ਰਿਪਰਜੈਂਟ ਕਰਦੀ ਹੈ ਵੀ ਇਹ ਬ੍ਰੈਗਸ ਐਂਗਲ ਹੈ, ਤੁਹਾਡੀ ਆਪਣੀ ਮਰਜ਼ੀ ਹੈ ਵੀ ਥੀਟਾ B ਪਾਉਣਾ ਕਿ ਨਹੀਂ ਪਾਉਣਾ। ਤਾਂ ਆਹ ਯਾਦ ਰੱਖਿਓ ਕਿ ਆਹ ਐਂਗਲ ਹੈ ਜਿਹੜਾ ਉਹ 2θ ਹੁੰਦਾ, ਠੀਕ। ਇੱਥੇ ਤੱਕ ਤੁਹਾਡਾ ਬ੍ਰੈਗਸ ਲਾ ਕੰਪਲੀਟ ਹੋ ਰਿਹਾ।